खालसा वाहिगुरु जी की फतेह। परम सन्मानयोग सतगुਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਕਿਰਪਾ ਨਾਲ ਗੁਰੂ ਦਰ ਤੇ ਬਹਿ ਕੇ ਵਾਹਿਗੁਰੂ ਨਾਲ ਜੁੜਨ ਦੀ ਨਿਮਾਣੀ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਵਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਆ। ਸਤਿਗੁਰੂ ਕਿਰਪਾ ਕਰਕੇ ਸਾਨੂੰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਮਾਇਆ ਇੱਕ ਐਸੀ ਇਸਤਰੀ ਹੈ ਜਿਸ ਨੂੰ ਪ੍ਰਭੂ ਨੇ ਪਰਮੇਸ਼ਰ ਨੇ ਸਿਰਜਿਆ ਤੇ ਇਸ ਮਾਇਆ ਨੇ ਹਰ ਪ੍ਰਾਣੀ ਨੂੰ ਮੋਹ ਰੱਖਿਆ। ਇਸ ਮਾਇਆ ਨੇ ਹਰ ਜੀਵ ਨੂੰ ਆਪਣੇ ਵਸ ਕਰ ਰੱਖਿਆ। ਇਸ ਲਈ ਇਸ ਮਾਇਆ ਤੋਂ ਸਤਿਗੁਰੂ ਕਹਿੰਦੇ ਕੋਈ ਬਚ ਨਹੀਂ ਸਕਿਆ। ਐਸੀ ਇਸਤਰੀ ਇੱਕ ਰਾਮ ਉਪਾਈ। ਪਰਮੇਸ਼ਰ ਨੇ ਇਹ ਮਾਇਆ ਐਸੀ ਇਸਤਰੀ ਉਪਾਈ ਹੈ, ਪੈਦਾ ਕੀਤੀ ਹੈ। ਉਨ ਸਭ ਜਗ ਖਾਇਆ। ਇਸ ਮਾਇਆ ਨੇ ਸਾਰੇ ਜਗਤ ਨੂੰ ਖਾ ਲਿਆ। ਇਸ ਮਾਇਆ ਤੋਂ ਕੋਈ ਵੀ ਨਹੀਂ ਬਚਿਆ। ਇਸ ਮਾਇਆ ਤੋਂ ਕੋਈ ਨਾ ਬਚ ਸਕਿਆ। ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਬੜੇ ਬੜੇ ਮਹਾਤਮਾ ਸਾਧੂ ਕਹਾਉਣ ਵਾਲੇ ਵੀ ਇਸ ਮਾਇਆ ਦੀ ਚਕਾਚੌਂਧ ਵਿੱਚ ਉਲਝ ਗਏ। ਮਾਇਆ ਹੈ ਹੀ ਐਸੀ, ਇਸ ਲਈ ਇਹਦੇ ਤੋਂ ਬਚਣਾ ਬੜਾ ਕਠਿਨ ਹੈ। ਮਾਇਆ ਕੀ ਹੈ? ਸਤਿਗੁਰੂ ਕਹਿੰਦੇ ਆ ਸਾਰਾ ਦਿਸਦਾ ਸੰਸਾਰ, ਇਸ ਸੰਸਾਰ ਵਿੱਚ ਮੌਜੂਦ ਹਰ ਸ਼ੈ ਮਾਇਆ ਹੈ। ਮਾਇਆ ਤੇ ਛਾਇਆ ਇੱਕੋ ਜਿਹੇ ਸ਼ਬਦ ਨੇ। ਛਾਇਆ ਵੀ ਹਮੇਸ਼ਾ ਨਹੀਂ ਰਹਿੰਦੀ, ਇਹ ਮਾਇਆ ਵੀ ਹਮੇਸ਼ਾ ਨਹੀਂ ਰਹਿੰਦੀ। ਦੁਨੀਆ ਇਹਨਾਂ ਦੇ ਮਗਰ ਹੀ ਉਲਝੀ ਹੋਈ ਹੈ। ਅਸੀਂ ਸਭ ਮਾਇਆ ਦੇ ਮਗਰ ਹੀ ਉਲਝੇ ਹੋਏ ਹਾਂ। ਮਾਇਆ ਦੇ ਮਗਰ ਭੱਜੇ ਫਿਰਦੇ ਹਾਂ ਦਿਨ ਰਾਤ। ਸਾਡੀ ਦੌੜ ਮਾਇਆ ਦੀ ਖਾਤਰ ਹੀ ਹੈ। ਸੰਸਾਰ ਦੀਆਂ ਵਸਤੂਆਂ, ਚੀਜ਼ਾਂ, ਰੂਪ ਰੰਗ, ਵਿਸ਼ੇ ਵਿਕਾਰ, ਕਾਮ ਕ੍ਰੋਧ, ਇਹ ਸਭ ਮਾਇਆ ਦਾ ਹੀ ਹਿੱਸਾ ਨੇ। ਇਹ ਧਨ ਦੌਲਤ, ਇਹ ਸਭ ਮਾਇਆ ਦਾ ਹਿੱਸਾ ਨੇ। ਸਤਿਗੁਰੂ ਕਹਿੰਦੇ ਇਸ ਵਿੱਚ ਉਲਝੀ ਪਈ ਦੁਨੀਆ ਸਾਰੀ, ਇਹਦੇ ਵਿੱਚ ਉਲਝੇ ਪਏ ਨੇ ਲੋਕ। ਜਿਨ੍ਹਾਂ ਨੂੰ ਲੋਕ ਸਮਝਦੇ ਨੇ ਕਿ ਇਹਨਾਂ ਨੇ ਮਾਇਆ ਤਿਆਗ ਦਿੱਤੀ, ਸਤਿਗੁਰੂ ਕਹਿੰਦੇ ਉਹਨਾਂ ਨੇ ਵੀ ਨਹੀਂ ਤਿਆਗੀ। ਮਾਇਆ ਤਿਆਗਣ ਦਾ ਅਰਥ ਅਸੀਂ ਲੋਕ ਬਾਹਰੀ ਤੌਰ ਤੇ ਆਉਂਦੇ ਹਾਂ। ਜਿਵੇਂ ਕਿਸੇ ਆਦਮੀ ਨੇ ਉਹ ਕੰਮ ਕਰ ਦਿੱਤਾ ਜਿਹੜਾ ਸਾਡੇ ਤੋਂ ਨਹੀਂ ਹੁੰਦਾ। ਕੋਈ ਆਦਮੀ ਉਹ ਭੁੱਖਾ ਰਹਿਣ ਲੱਗ ਪਿਆ, ਉਹ ਹਫ਼ਤੇ ਵਿੱਚ ਕਿਤੇ 1 ਜਾਂ 2 ਵਾਰੀ ਖਾਣਾ ਖਾਂਦਾ ਹੈ। ਸਾਨੂੰ ਲੱਗਦਾ ਹੈ ਕਿ ਉਹ ਬੰਦਾ ਤਾਂ ਬਹੁਤ ਮਹਾਨ ਹੈ, ਕਿਉਂਕਿ ਸਾਡੇ ਕੋਲ ਐਸਾ ਨਹੀਂ ਹੁੰਦਾ। ਅਸੀਂ ਤਿੰਨੋਂ ਵਕਤ ਰੋਟੀ ਤੋਂ ਬਿਨਾਂ ਰਹਿ ਨਹੀਂ ਪਾਉਂਦੇ, ਸਾਨੂੰ ਕੁਛ ਨਾ ਕੁਛ ਖਾਣ ਨੂੰ ਚਾਹੀਦਾ। ਪਰ ਇਹ ਆਦਮੀ ਵੱਖਰਾ ਹੈ। ਕਿਉਂ? ਕਿਉਂਕਿ ਇਹਨੇ ਜੀ ਹਫ਼ਤੇ ਵਿੱਚ 2 ਵਾਰੀ ਖਾਣਾ ਖਾਂਦਾ, ਬਹੁਤ ਘੱਟ ਖਾਂਦਾ। ਜੇ ਰੋਜ਼ ਵੀ ਖਾਂਦਾ ਤਾਂ ਦਿਨ ਵਿੱਚ ਬਹੁਤ ਮਾਮੂਲੀ ਜਿਹਾ। ਇਸ ਲਈ ਸਾਨੂੰ ਲੱਗਦਾ ਕਿ ਇਹ ਆਦਮੀ ਤਾਂ ਸਾਡੇ ਨਾਲੋਂ ਵੱਖਰਾ ਹੈ, ਇਹ ਤਾਂ ਬਹੁਤ ਭਲਾ ਆਦਮੀ, ਬਹੁਤ ਉੱਚਾ। ਦੁਨੀਆ ਐਸੀ ਹੈ। ਅਸੀਂ ਲੋਕ ਇੰਨੀ ਨਿੱਕੀ ਜਿਹੀ ਚੀਜ਼ ਨੂੰ ਤਿਆਗਣ ਵਾਲੇ ਨੂੰ ਸਮਝ ਲੈਂਦੇ ਹਾਂ ਕਿ ਬੜਾ ਮਹਾਨ ਆਦਮੀ, ਕਿਉਂਕਿ ਸਾਡੇ ਕੋਲੋਂ ਨਹੀਂ ਤਿਆਗ ਹੋਇਆ। ਉਸਨੇ ਤਿਆਗ ਦਿੱਤਾ, ਇਸ ਲਈ ਉਹ ਮਹਾਨ ਹੋ ਗਿਆ। ਕਿਸੇ ਨੇ ਮਾਇਆ ਤਿਆਗ ਦਿੱਤੀ, ਪੈਸਾ ਤਿਆਗ ਦਿੱਤਾ ਕਿਸੇ ਨੇ, ਉਹ ਕਹਿੰਦਾ ਜੀ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ।
ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਇਹ ਬੰਦਾ ਤਾਂ ਪੂਜਣਯੋਗ ਹੈ, ਇਹ ਤਾਂ ਪੈਸੇ ਨੂੰ ਹੱਥ ਹੀ ਨਹੀਂ ਲਾਉਂਦਾ। ਅਸੀਂ ਇੰਨੀ ਨਿੱਕੀ ਜਿਹੀ ਗੱਲ ਤੇ ਉਹਨੂੰ ਮਹਾਨ ਜਾਣ ਲਿਆ। ਕੋਈ ਆਦਮੀ ਕਹਿੰਦਾ ਜੀ ਮੈਂ ਇਸਤਰੀ ਦੇ ਨੇੜੇ ਨਹੀਂ ਜਾਂਦਾ, ਉਹਦੇ ਨੇੜੇ ਜਾਣਾ ਤਾਂ ਦੂਰ ਦੀ ਗੱਲ, ਮੈਂ ਉਹਦੇ ਹੱਥੋਂ ਕੁਝ ਲੈ ਕੇ ਖਾਂਦਾ ਪੀਂਦਾ ਵੀ ਨਹੀਂ। ਐਸੇ ਬਹੁਤ ਸਾਰੇ ਲੋਕ ਨੇ ਸਾਡੇ ਇਸ ਦੇਸ਼ ਵਿੱਚ, ਉਹ ਇਸਤਰੀ ਦੇ ਹੱਥ ਦੀ ਬਣਾਈ ਹੋਈ ਕੋਈ ਚੀਜ਼ ਤੱਕ ਨਹੀਂ ਖਾਂਦੇ। ਤੇ ਉਹਨਾਂ ਨੂੰ ਦੇਖੋਗੇ, ਵਿਚਾਰੋਗੇ ਤਾਂ ਲੋਕ ਜਿਹੜੇ ਨੇ ਉਹਨਾਂ ਨਾਲ ਜੁੜੇ ਹੋਏ, ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਤਾਂ ਬਹੁਤ ਉੱਚਾ ਹੈ। ਅਸੀਂ ਤਾਂ ਇਸਤਰੀ ਨੂੰ ਦੇਖਦੇ ਹਾਂ ਤੇ ਮਨ ਵਿੱਚ ਵਾਸਨਾ ਪੈਦਾ ਹੋ ਜਾਂਦੀ ਹੈ, ਇਹ ਬੰਦਾ ਤਾਂ ਇਸਤਰੀ ਦੇ ਨੇੜੇ ਵੀ ਨਹੀਂ ਜਾਂਦਾ, ਉਹਨੂੰ ਛੂਹਣਾ ਤੇ ਦੂਰ ਦੀ ਗੱਲ ਹੈ। ਇਸ ਲਈ ਲੋਕ ਸਮਝਦੇ ਨੇ ਬੰਦਾ ਬੜਾ ਮਹਾਨ ਹੈ। ਇਸ ਗੱਲ ਵਿੱਚ ਕੋਈ ਬਹੁਤੀ ਮਹਾਨਤਾ ਹੈ ਨਹੀਂ, ਪਰ ਲੋਕ ਸਮਝਦੇ ਨੇ ਕਿ ਬੜਾ ਮਹਾਨ ਆਦਮੀ ਹੈ, ਕਿ ਇਸ ਨੇ ਆਪਣਾ ਪਰਿਵਾਰ, ਇਹਨੇ ਧੀਆਂ ਪੁੱਤ ਛੱਡ ਦਿੱਤੇ, ਸਾਡੇ ਤੋਂ ਤਾਂ ਮੋਹ ਛੁੱਟਦਾ ਨਹੀਂ ਪਰਿਵਾਰ ਦਾ। ਇਸ ਲਈ ਅਸੀਂ ਨਿੱਕੀ ਜਿਹੀ ਚੀਜ਼ ਨੂੰ ਤਿਆਗਣ ਵਾਲੇ ਨੂੰ ਮਹਾਨ ਸਮਝਣ ਲੱਗ ਪੈਂਦੇ ਹਾਂ। ਇੱਕ ਦੂਸਰਾ ਪੱਖ ਵੀ ਹੈ। ਕੋਈ ਆਦਮੀ ਕਿਸੇ ਨੂੰ ਮਾਰਦਾ ਹੈ, ਅਸੀਂ ਉਹਨੂੰ ਕਹਿੰਦੇ ਕਿ ਇਹ ਤਾਂ ਬੰਦਾ ਬੜਾ ਪਾਪੀ ਹੈ, ਬੜਾ ਨਿਰਦਈ ਹੈ, ਇਹ ਤਾਂ ਐਵੇਂ ਦੂਸਰਿਆਂ ਨੂੰ ਮਾਰਦਾ ਰਹਿੰਦਾ ਹੈ, ਇਹ ਆਪਣੀ ਪਤਨੀ ਨੂੰ ਕੁੱਟਦਾ ਹੈ, ਮਾਰਦਾ ਹੈ। ਪਰ ਉਹੀ ਆਦਮੀ ਕਿਸੇ ਦੂਸਰੇ ਨੂੰ ਮਾਰਨ ਦੀ ਬਜਾਏ ਉਹ ਖੁਦ ਨੂੰ ਮਾਰਨ ਲੱਗ ਪਵੇ, ਉਹ ਲੋਹੇ ਦੇ ਸੰਗਲਾਂ ਨਾਲ ਆਪਣੇ ਆਪ ਨੂੰ ਮਾਰਨ ਲੱਗ ਜਾਏ, ਉਹ ਗਲੀਆਂ ਵਿੱਚ ਤੁਰਿਆ ਫਿਰੇ, ਤਾਂ ਲੋਕ ਕਹਿੰਦੇ ਨੇ ਜੀ ਬੰਦਾ ਬੜਾ ਵਧੀਆ ਹੈ, ਇਹ ਤਾਂ ਸਾਧੂ ਹੈ, ਇਹ ਤਾਂ ਮਹਾਤਮਾ ਹੈ। ਜਦੋਂ ਉਹ ਕਿਸੇ ਨੂੰ ਮਾਰਦਾ ਸੀ ਉਦੋਂ ਉਹ ਪਾਪੀ ਸੀ, ਹੁਣ ਉਹ ਖੁਦ ਨੂੰ ਮਾਰਦਾ, ਹੁਣ ਲੋਕੀ ਕਹਿੰਦੇ ਸਾਧੂ ਹੈ। ਬੜਾ ਅਜੀਬ ਹੈ ਆਦਮੀ, ਬੜਾ ਅਜੀਬ। ਲੋਕੀ ਕਹਿੰਦੇ ਜੀ ਇਹਨੂੰ ਪੂਜੋ, ਇਹਦੇ ਪੈਰਾਂ ਨੂੰ ਛੂਹੋ। ਕਿਉਂ? ਕਿਉਂਕਿ ਇਹ ਆਪਣੇ ਆਪ ਨੂੰ ਮਾਰ ਰਿਹਾ, ਉਹ ਖੁਦ ਨੂੰ ਕਸ਼ਟ ਦੇ ਰਿਹਾ, ਜਦ ਕਿ ਕਿਸੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ, ਧਰਮ ਨਾਲ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਐਸਾ ਬਹੁਤ ਸਾਰੇ ਲੋਕ ਕਰਦੇ ਨੇ। ਬਹੁਤ ਸਾਰੇ ਪੀਰਾਂ ਦੀ ਜਗ੍ਹਾ ਤੇ ਐਸਾ ਲੋਕ ਕਰਦੇ ਨੇ, ਆਪਣੇ ਆਪ ਨੂੰ ਮਾਰਦੇ ਨੇ। ਉਹ ਇੰਨੀ ਕੁ ਗੱਲ ਕਰਨ ਨਾਲ ਹੀ ਆਪਣੇ ਆਪ ਨੂੰ ਧਰਮੀ ਸਮਝ ਲੈਂਦੇ ਨੇ। ਖਿਆਲ ਰੱਖਣਾ, ਇਹ ਵੀ ਇੱਕ ਮਾਇਆ ਦਾ ਹੀ ਹਿੱਸਾ ਹੈ, ਇਹ ਵੀ ਮਾਇਆ ਦਾ ਹੀ ਇੱਕ ਅੰਗ ਹੈ। ਇਸ ਲਈ ਮਤਾਂ ਕਿਤੇ ਇਹ ਖਿਆਲ ਕਰਨਾ ਕਿ ਕੋਈ ਆਦਮੀ ਉਹ ਕੰਮ ਕਰ ਰਿਹਾ ਜਿਹੜਾ ਅਸੀਂ ਨਹੀਂ ਕਰ ਸਕਦੇ ਤਾਂ ਉਹ ਮਹਾਨ ਹੋ ਗਿਆ, ਇਸ ਵਿੱਚ ਮਹਾਨਤਾ ਵਾਲੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਕੋਈ ਮਹਾਨਤਾ ਵਾਲੀ ਗੱਲ ਨਹੀਂ। ਮਾਇਆ ਤਿਆਗੀ ਨਹੀਂ ਗਈ, ਮਾਇਆ ਤੇ ਉਵੇਂ ਦੀ ਉਵੇਂ ਹੀ ਹੈ। ਇੱਕ ਆਦਮੀ ਉਹ ਆਪਣੇ ਆਪ ਨੂੰ ਸਾਧੂ ਕਹਿੰਦਾ ਮੈਂ ਸਾਧੂ ਹਾਂ, ਮਹਾਤਮਾ ਹਾਂ। ਤੇ ਉਸ ਨੂੰ ਕਿਸੇ ਨੇ ਆਪਣੇ ਘਰ ਬੁਲਾਇਆ ਕਿ ਤੁਸੀਂ ਸਾਡੇ ਘਰ ਫਲਾਣੀ ਤਰੀਕ ਨੂੰ ਤੁਸੀਂ ਸਾਡੇ ਘਰ ਪਹੁੰਚੋ, ਸਾਡੇ ਘਰ ਚਰਨ ਪਾਓ। ਉਹ ਕਹਿੰਦਾ ਜੀ ਮੈਂ ਉਸ ਦਿਨ ਮੈਂ ਤਾਂ ਨਹੀਂ ਆ ਸਕਦਾ। ਉਹਨਾਂ ਨੇ ਆਖਿਆ ਕਿ ਕੀ ਕਾਰਨ ਹੈ, ਤੁਸੀਂ ਉਸ ਦਿਨ ਕਿਉਂ ਨਹੀਂ ਆ ਸਕਦੇ? ਉਹ ਕਹਿੰਦਾ ਜੀ ਮੇਰੇ ਲਈ ਬਹੁਤ ਮੁਸ਼ਕਲ ਹੈ। ਉਹਨਾਂ ਪੁੱਛਿਆ ਕਿ ਭਾਈ ਤੁਸੀਂ ਕਿਤੇ ਜਾਣਾ ਹੋਣਾ ਹੈ, ਤੁਸੀਂ ਕਿਸੇ ਹੋਰ ਜਗ੍ਹਾ ਜਾਣਾ ਹੋਣਾ ਹੈ? ਉਹ ਕਹਿੰਦਾ ਨਹੀਂ, ਜਾਣਾ ਮੈਂ ਕਿਤੇ ਨਹੀਂ ਆ, ਮੈਂ ਉਸ ਦਿਨ ਫ੍ਰੀ ਹਾਂ। ਉਹਨਾਂ ਨੇ ਕਿਹਾ ਜੇ ਤੁਸੀਂ ਉਸ ਦਿਨ ਫ੍ਰੀ ਹੋ, ਕਿਸੇ ਨੂੰ ਮਿਲਣਾ ਨਹੀਂ, ਕਿਸੇ ਦੇ ਘਰ ਨਹੀਂ ਜਾਣਾ, ਕਿਸੇ ਸਮਾਗਮ ਵਿੱਚ ਨਹੀਂ ਜਾਣਾ, ਤਾਂ ਫਿਰ ਆਉਣ ਤੋਂ ਇਨਕਾਰ ਕਿਉਂ ਕਰਦੇ ਹੋ? ਉਹ ਕਹਿੰਦਾ ਅਸਲ ਵਿੱਚ ਇਹ ਜਿਹੜਾ ਮੇਰੇ ਨਾਲ ਆਦਮੀ ਹੈ ਨਾ, ਇਹਦਾ ਉਸ ਦਿਨ ਟਾਈਮ ਨਹੀਂ ਹੈ, ਇਹਨੇ ਕਿਤੇ ਜਾਣਾ ਹੈ। ਉਹਨਾਂ ਨੇ ਕਿਹਾ ਜੇ ਇਹਦਾ ਟਾਈਮ ਨਹੀਂ ਹੈ, ਇਹਦੇ ਟਾਈਮ ਨਾਲ ਸਾਨੂੰ ਕੀ ਮਤਲਬ? ਸਾਨੂੰ ਤੇ ਤੁਹਾਡੇ ਨਾਲ ਮਤਲਬ ਹੈ, ਤੁਸੀਂ ਸਾਡੇ ਘਰ ਆਓ, ਇਹ ਆਦਮੀ ਨਾ ਵੀ ਆਵੇ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਨਹੀਂ, ਮੈਂ ਇਹਦੇ ਤੋਂ ਬਿਨਾਂ ਨਹੀਂ ਜਾਂਦਾ। ਉਹਨਾਂ ਨੇ ਪੁੱਛਿਆ ਇਹਦੇ ਤੋਂ ਬਿਨਾਂ ਕਿਉਂ? ਇਹਦੇ ਤੋਂ ਬਿਨਾਂ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਇਸ ਲਈ ਕਿ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ, ਮੈਂ ਪੈਸੇ ਨੂੰ ਨਹੀਂ ਛੂੰਹਦਾ। ਇਹ ਆਦਮੀ ਰੱਖਿਆ ਹੋਇਆ ਮੈਂ ਪੈਸੇ ਵਾਸਤੇ। ਟੈਕਸੀ ਕਰਾਂਗੇ, ਟੈਕਸੀ ਵਾਲੇ ਨੂੰ ਪੈਸੇ ਇਹ ਦੇਗਾ,
ਰਾਹ ਵਿੱਚ ਕਿਤੇ ਕੁਝ ਖਾਵਾਂ ਪੀਵਾਂਗੇ ਤਾਂ ਪੈਸੇ ਇਹ ਦੇਵੇਗਾ ਦੁਕਾਨਦਾਰ ਨੂੰ, ਹੋਟਲ ਵਾਲੇ ਨੂੰ, ਚਾਹ ਵਾਲੇ ਨੂੰ ਪੈਸੇ ਇਹ ਦੇਵੇਗਾ। ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ। ਇਸ ਕਰਕੇ ਜਿੱਦਣ ਇਹਨਾਂ ਦੀ ਸਹੂਲੀਅਤ ਹੋਵੇਗੀ ਉਸ ਦਿਨ ਮੈਂ ਆ ਸਕਦਾ, ਨਹੀਂ ਤਾਂ ਮੈਂ ਨਹੀਂ ਆ ਸਕਦਾ। ਲੋਕੀ ਸਮਝ ਰਹੇ ਇਹ ਆਦਮੀ ਬਹੁਤ ਮਹਾਨ ਹੈ। ਕਿਉਂ? ਕਿਉਂਕਿ ਇਹ ਪੈਸੇ ਨੂੰ ਹੱਥ ਨਹੀਂ ਲਾਉਂਦਾ। ਹੁਣ ਉਹਦੇ ਵਾਸਤੇ ਉਹ ਆਦਮੀ ਪੈਸਾ ਹੋ ਗਿਆ, ਉਹਦੇ ਲਈ ਉਹ ਆਦਮੀ ਬੰਧਨ ਹੋ ਗਿਆ। ਹੁਣ ਉਹਦੇ ਤੋਂ ਬਿਨਾਂ ਉਹ ਕਿਤੇ ਜਾ ਨਹੀਂ ਸਕਦਾ ਹੈ। ਉਹਦੀ ਛੁੱਟੀ ਹੋਏਗੀ, ਉਹ ਕਿਤੇ ਘਰ ਜਾਏਗਾ, ਕਿਤੇ ਆਪਣੇ ਰਿਸ਼ਤੇਦਾਰੀ ਵਿੱਚ ਜਾਏਗਾ, ਤਾਂ ਇਹ ਆਦਮੀ ਕਿਤੇ ਕੁਝ ਨਹੀਂ ਕਰ ਸਕਦਾ। ਲੋਕ ਸਮਝਦੇ ਨੇ ਕਿ ਇੰਨਾ ਕੁ ਕਰਨ ਨਾਲ ਹੀ ਬੰਦਾ ਮਾਇਆ ਤਿਆਗ ਦਿੰਦਾ ਹੈ। ਹੁਣ ਉਹਨੂੰ ਲੱਗਦਾ ਕਿ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ ਤੇ ਮੈਂ ਮਾਇਆ ਤਿਆਗ ਦਿੱਤੀ, ਪਰ ਮਾਇਆ ਤਾਂ ਹਾਲੇ ਵੀ ਉਹਨੂੰ ਪਕੜ ਕੇ ਬੈਠੀ ਹੋਈ ਹੈ। ਮਨ ਨੇ ਤਾਂ ਉਸ ਨੂੰ ਪਕੜਿਆ ਹੋਇਆ। ਸਤਿਗੁਰੂ ਕਹਿੰਦੇ ਇਸ ਮਾਇਆ ਨੇ ਸਾਰੇ ਜਗਤ ਨੂੰ ਖਾ ਲਿਆ, ਪਰ ਜਗਤ ਨੂੰ ਸੁੱਝ ਹੀ ਨਹੀਂ ਹੈ, ਕਿਸੇ ਨੂੰ ਸਮਝ ਹੀ ਨਹੀਂ ਆ ਰਹੀ। ਸਤਿਗੁਰੂ ਕਹਿੰਦੇ ਉਨ ਸਭ ਜਗ ਖਾਇਆ, ਇਸ ਮਾਇਆ ਨੇ ਸਾਰੇ ਜਗਤ ਨੂੰ ਖਾ ਲਿਆ। ਮਾਇਆ, ਮਮਤਾ, ਮੋਹਣੀ। ਸਤਿਗੁਰੂ ਕਹਿੰਦੇ ਮਾਇਆ ਮਮਤਾ ਐਸੀ ਮੋਹਣੀ ਹੈ ਜਿਹਨੇ ਸਾਰੇ ਜਗਤ ਨੂੰ ਮੋਹ ਰੱਖਿਆ। ਇਹਦੇ ਮੋਹ ਤੋਂ ਕੋਈ ਬਚ ਹੀ ਨਹੀਂ ਪਾਇਆ, ਇਹਦੇ ਤੋਂ ਕੋਈ ਨਹੀਂ ਛੁੱਟ ਪਾਇਆ। ਕਿਸੇ ਨੂੰ ਲੱਗਦਾ ਹੈ, ਕਿਉਂਕਿ ਦੋ ਤਰ੍ਹਾਂ ਨਾਲ ਅਸੀਂ ਲੋਕ ਜੀਵਨ ਨੂੰ ਜਿਉਂਦੇ ਹਾਂ। ਇੱਕ ਇਹ, ਜਦੋਂ ਕੋਈ ਚੀਜ਼ ਖਾਂਦੇ ਹਾਂ, ਕਿਸੇ ਜਗ੍ਹਾ ਗਏ, ਕਿਸੇ ਬਹੁਤ ਮਹਿੰਗੇ ਰੈਸਟੋਰੈਂਟ ਵਿੱਚ ਗਏ, ਤਾਂ ਅਸੀਂ ਉਹਦਾ ਦਿਖਾਵਾ ਕਰਦੇ ਹਾਂ, ਉਹਦੀਆਂ ਫੋਟੋਆਂ ਖਿੱਚ ਕੇ ਆਪਣਾ ਸਟੇਟਸ ਲਾਉਂਦੇ ਆ ਕਿ ਮੈਂ ਫਲਾਣੀ ਥਾਂ ਖਾਣਾ ਖਾਣ ਆਇਆ। ਇੱਕ ਇਸ ਗੱਲ ਦਾ ਹੰਕਾਰ ਕਿ ਮੈਂ ਬਹੁਤ ਵੱਡੇ ਹੋਟਲ ਵਿੱਚ ਗਿਆ, ਮੈਂ ਤਾਜ ਹੋਟਲ ਵਿੱਚ ਗਿਆ, ਬੰਬੇ ਮੈਂ ਤਾਜ ਹੋਟਲ ਵਿੱਚ ਰੋਟੀ ਖਾ ਕੇ ਆਇਆ, ਮੈਂ ਚਾਹ ਦਾ ਕੱਪ ਪੀਤਾ ਉੱਥੇ ਜਿੱਥੇ 1000 ਰੁਪਏ ਦਾ ਚਾਹ ਦਾ ਕੱਪ ਮਿਲਦਾ, ਮੈਂ ਉਹ ਪੀ ਕੇ ਆਇਆ। ਬੰਦਾ ਹੌਂਪੇ ਕਰਦਾ ਇਸ ਗੱਲ ਦੀ। ਪਰ ਇਹੀ ਆਦਮੀ ਜਦੋਂ ਖਾਣਾ ਛੱਡ ਦਿੰਦਾ, ਇਹ ਕਹਿੰਦਾ ਜੀ ਮੈਂ ਵਰਤ ਰੱਖਿਆ ਹੋਇਆ। ਇਹ ਖਾਣ ਦਾ ਵੀ ਹੰਕਾਰ ਕਰਦਾ, ਇਹ ਖਾਣਾ ਛੱਡਣ ਦਾ ਵੀ ਹੰਕਾਰ ਕਰਦਾ। ਇਹ ਦੋਨਾਂ ਚੀਜ਼ਾਂ ਦਾ। ਇਹ ਕਹਿੰਦਾ ਜੀ ਮੇਰੀ ਇਸਤਰੀ ਬਹੁਤ ਸੁੰਦਰ ਹੈ, ਇਸ ਗੱਲ ਦੀ ਵੀ ਹਉਮੈ ਕਰਦਾ ਹੈ, ਤੇ ਇਸ ਗੱਲ ਦੀ ਵੀ ਹਉਮੈ ਕਰਦਾ ਕਿ ਮੈਂ ਇਸਤਰੀ ਨੂੰ ਤਿਆਗ ਦਿੱਤਾ। ਦੋਨੋਂ ਗੱਲਾਂ ਚ ਹਉਮੈ। ਕਹਿੰਦਾ ਮੈਂ ਇਸਤਰੀ ਦੇ ਨੇੜੇ ਨਹੀਂ ਜਾਂਦਾ, ਮੈਂ ਉਹਦਾ ਤਿਆਗ ਕਰ ਦਿੱਤਾ। ਇਸ ਗੱਲ ਦਾ ਹੰਕਾਰ ਕਰਦਾ ਹੈ ਕਿ ਮੇਰਾ ਬਹੁਤ ਵੱਡਾ ਘਰ, ਮੇਰਾ ਮਹਿਲ, ਮੇਰੀ ਕਨਾਲ ਦੀ ਕੋਠੀ ਹੈ, ਮੈਂ ਕੋਈ ਮਾੜੇ ਮੋਟੇ ਫਲੈਟ 'ਚ ਨਹੀਂ ਰਹਿੰਦਾ, ਮੇਰਾ ਆਪਣਾ ਵੱਡਾ ਘਰ ਹੈ। ਇਹੀ ਆਦਮੀ ਜਦੋਂ ਘਰ ਤਿਆਗ ਦਿੰਦਾ, ਇਹ ਕਹਿੰਦਾ ਮੈਂ ਘਰ ਨੂੰ ਠੋਕਰ ਮਾਰ ਦਿੱਤੀ, ਮੈਂ ਕੁਟੀਆ ਵਿੱਚ ਰਹਿਣਾ। ਮੈਂ ਜੰਗਲ ਵਿੱਚ ਰਹਿਣਾ, ਮੈਂ ਘਰ ਛੱਡ ਦਿੱਤਾ। ਇਹ ਕਰੋੜਾਂ ਦਾ ਮਾਲਕ ਹੈ, ਉਸ ਗੱਲ ਦੀ ਹਉਮੈ ਕਰਦਾ ਕਿ ਮੈਂ ਲੱਖਾਂ ਪਤੀਆਂ, ਕਰੋੜਾਂ ਪਤੀਆਂ, ਬੜਾ ਪੈਸਾ ਹੈ ਮੇਰੇ ਕੋਲ। ਇਹੀ ਆਦਮੀ ਜਦੋਂ ਪੈਸੇ ਨੂੰ ਛੱਡ ਦਿੰਦਾ, ਇਹ ਕਹਿੰਦਾ ਮੈਂ ਲੱਖਾਂ ਨੂੰ ਲੱਤ ਮਾਰ ਆਇਆ। ਇਸ ਲਈ ਦੋਨਾਂ ਹਾਲਤਾਂ ਵਿੱਚ, ਚਾਹੇ ਇਹਦੇ ਕੋਲ ਕੁਝ ਹੋਵੇ, ਚਾਹੇ ਇਹਦੇ ਕੋਲ ਕੁਝ ਨਾ ਹੋਵੇ, ਇਹ ਮਾਇਆ ਦੇ ਵਿੱਚ ਗ੍ਰਸਤ ਹੀ ਰਹਿੰਦਾ ਹੈ। ਚਾਹੇ ਪਰਿਵਾਰ ਵਿੱਚ ਹੋਵੇ, ਚਾਹੇ ਪਰਿਵਾਰ ਦਾ ਤਿਆਗ ਕਰਕੇ ਜੰਗਲ ਚਲਿਆ ਜਾਵੇ, ਇਹ ਮਾਇਆ ਦੇ ਵਿੱਚ ਹੀ ਰਹਿੰਦਾ ਹੈ। ਇਸ ਲਈ ਤਾਂ ਕਬੀਰ ਸਾਹਿਬ ਨੇ ਕਿਹਾ ਮਾਇਆ ਤਜੀ ਤਾਂ ਕਿਆ ਪਿਆ। ਕੀ ਹੋ ਗਿਆ ਜੇ ਮਾਇਆ ਛੱਡ ਦਿੱਤੀ? ਮਾਨ ਤਜਿਆ ਨਹੀਂ ਜਾਏ। ਮਾਨ ਨਹੀਂ ਛੱਡਿਆ ਜਾਂਦਾ, ਅਹੰਕਾਰ ਨਹੀਂ ਛੱਡਿਆ ਜਾਂਦਾ। ਇਸ ਲਈ ਬਹੁਤ ਸਾਰੇ ਲੋਕ ਧਾਰਮਿਕ ਕਰਮ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਮਾਇਆ ਤੋਂ ਬਚ ਗਏ, ਅਸੀਂ ਤਾਂ ਮਾਇਆ ਦੀ ਗ੍ਰਿਫ ਵਿੱਚ ਹੈ ਹੀ ਨਹੀਂ। ਜਦ ਕਿ ਇਹ ਦੇਖਿਆ ਗਿਆ ਕਿ ਬਹੁਤੇ ਧਾਰਮਿਕ ਲੋਕ ਮਾਇਆ ਦੀ ਗ੍ਰਿਫ ਵਿੱਚ ਜ਼ਿਆਦਾ ਫਸੇ ਹੁੰਦੇ ਨੇ, ਉਹ ਜ਼ਿਆਦਾ ਗਲਤਾਨ ਹੁੰਦੇ ਨੇ ਆਮ ਬੰਦੇ ਨਾਲੋਂ। ਤੁਸੀਂ ਦੇਖੋ ਕਿ ਆਮ ਗ੍ਰਸਤੀ ਬੰਦਾ ਉਹਨਾਂ ਮਾਇਆ ਵਿੱਚ ਅੰਨਾ ਨਹੀਂ ਹੁੰਦਾ ਜਿੰਨਾ ਮਾਇਆ ਨੂੰ ਛੱਡਣ ਵਾਲਾ ਕੋਈ ਸੰਨਿਆਸੀ ਜੋਗੀ ਮਾਇਆ ਵਿੱਚ ਅੰਨਾ ਹੁੰਦਾ। ਜਿੰਨੇ ਵੱਡੇ ਵੱਡੇ ਸਾਧੂ ਨੇ, ਉਹਨਾਂ ਦੇ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ, ਗ੍ਰਸਤੀ ਬੰਦਿਆਂ ਕੋਲ ਉਨੀ ਨਹੀਂ ਹੈ। ਉਹਨਾਂ ਦੇ ਕੋਲ ਉਹਨਾਂ ਕੁਝ ਨਹੀਂ ਹੈ। ਗ੍ਰਸਤੀ ਬੰਦੇ ਕੋਲ, ਉਹਦੇ ਕੋਲ ਕੋਈ ਬਹੁਤੀ ਮਹਿੰਗੀ ਕਾਰ ਨਹੀਂ, ਗੁਜ਼ਾਰੇ ਜੋਗੀ ਹੈ, ਪਰ ਤੁਸੀਂ ਸੋ ਕਾਲਡ ਸਾਧੂਆਂ ਨੂੰ ਦੇਖੋ ਕਿ ਕਰੋੜਾਂ ਦੀਆਂ ਕਾਰਾਂ ਨੇ ਉਹਨਾਂ ਕੋਲ।
इसलिए वो ज्यादा माया विच गलतान है दूसरे आदमी नालों, आम बंदे नालों। इसलिए सतगुरु कहते इस माया तो कोई नहीं बच सकिया। माया होई नागनी जगत रही लपटाए। ਜਿਹੜਾ इस माया की सेवा विच लगदा है ये ਉਹਨੂੰ ही खा जाती है। जिवें ਜਿਹੜਾ सप ਨੂੰ ਦੁੱਧ ਪਿਆਉਂਦਾ है, सप एक दिन ਉਹਨੂੰ ही डंग दिंदा है, ਉਹਨੂੰ ही डंग मार लैंदा है। ऐसा ही है क्योंकि ਉਹਦਾ सुभाਅ ही ऐसा है, ਉਹਨੇ डंगना ही है। बिल्कुल माया भी ऐसी है, ਜਿਹੜਾ माया ਦੇ ਵਿੱਚ ਉਲਝਦਾ है माया ਉਸੇ ਨੂੰ बर्बाद कर दिंदी है। इस करके सतगुरु कहते ये माया एक ऐसी इस्त्री है कि जिन्हें सब नूं अपने अधीन कर रखा है। ऐसी स्त्री एक राम उपाई, उन सब जग खाया, हम गुर राखे मेरे भाई। सतगुरु कहते हे मेरे भाई, मैनू तो गुरु ने बचा लिया, मैं तो गुरु की कृपा नाल बच गया, नहीं तो इस माया ने कित्थे बख्शना सी। माया किनू बख्शदी है? इसलिए मेरे ते तो गुरु ने कृपा की तो मैं बच गया। सतगुरु कहते मत है त्रिकुटी दृष्ट करूर। इस माया दी हालत ऐसी है कि ये मत्थे ते हर वेले त्यूड़ियां, त्रिकुटी हर वेले त्यूड़ियां रहिंदियां। दृष्ट करूर, यदी दृष्टि जिहड़ी ना बड़ी क्रूर है, बड़ी क्रूर। साडी दृष्टि ही है, सानू कोई बंदा प्यार नाल देखे सानू वो भी समझ आ जाता है, सानू कोई बंदा वासना नाल देखे तो वह भी दिखाई दिंदा है, सानू समझ आउंदा है। जदों कोई सानू गुस्से नाल देखदा है तां भी सानू पता लगदा है, जदों कोई सानू घूरदा है घूरी वट के तो वह भी पता लगदा है। सतगुरु कहंदे ये माया इहदी दृष्टि बड़ी क्रूर है, बड़ी क्रूर। मत है त्रिकुटी दृष्ट क्रूर। माया बंदे दी दृष्टि नूं ऐसा ही कर दिंदी है। इसलिए मायाधारी बंदे नूं तुसीं देखो हर वेले त्यूड़ियां पईयां रहिंदियां उहदे मत्थे ते, हर वेले खिजिया रहिंदा है। ये ख्याल रखना कि कोई आदमी खूबसूरत गोरे जां काले होण करके नहीं हुंदा कि कोई बंदा गोरे रंग दा है तां वो बहुत खूबसूरत है, नहीं। ये तो बड़ी मामूली जी गल हो गई ना कि खूबसूरत आदमी वो है जिहड़ा सोहना है, जिहदा रंग सफेद है, नहीं। तुसी जरा गौर नाल वेखना, जिस बंदे दे मत्थे ते त्यूड़ी नहीं पैंदी, रंग उहदा जैसा भी होवे, चाहे गोरा चाहे काला, जिहदे मत्थे ते त्यूड़ी नहीं है, जिहदे चेहरे ते हर वेले मुस्कुराहट है, जिहड़ा कदे खिजदा नहीं, जिहड़ा कदे ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਨਾਰਾਜ਼ ਨਹੀਂ ਹੁੰਦਾ, ਉਹਦਾ ਰੰਗ ਜੈਸਾ ਵੀ ਹੋਵੇ ਉਹਦਾ ਚਿਹਰਾ ਬੜਾ ਪਿਆਰਾ ਲੱਗਦਾ ਹੈ, ਚਾਹੇ ਕੋਈ ਵੀ ਹੋਵੇ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮਾਇਆ ਦੇ ਵਿੱਚ ਅੰਨੇ ਬੰਦੇ ਦੇ ਮੱਥੇ ਤੇ ਹਰ ਵੇਲੇ ਤਿਊੜੀਆਂ ਪਈਆਂ ਰਹਿੰਦੀਆਂ। ਇਸ ਲਈ ਉਹ ਭਾਵੇਂ ਰੰਗ ਦਾ ਗੋਰਾ ਵੀ ਹੋਵੇ, ਰੰਗ ਉਹਦਾ ਸਫੇਦ ਸੋਹਣਾ ਹੋਵੇ ਦੁੱਧ ਵਰਗਾ, ਪਰ ਜੇ ਮੱਥੇ ਤੇ ਤਿਊੜੀਆਂ ਪਈਆਂ ਤਾਂ ਉਹ ਵੀ ਉਹਨੂੰ ਕਾਲਾ ਕਰ ਦਿੰਦੀਆਂ ਨੇ। ਉਹ ਸੋਹਣਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ, ਉਹ ਸਫੇਦ ਰੰਗ ਦਾ ਦੁੱਧ ਵਰਗਾ ਚਿੱਟਾ ਹੋ ਕੇ ਵੀ ਚਿੱਟਾ ਨਹੀਂ ਲੱਗਦਾ, ਭੈੜਾ ਲੱਗਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਿਸ ਬੰਦੇ ਦੀ ਬਿਰਤੀ ਮਾਇਆ ਵਿੱਚ ਹੀ ਲੱਗੀ ਰਹਿੰਦੀ ਹੈ, ਜਿਹੜਾ ਕਾਮ ਕ੍ਰੋਧ ਵਿੱਚ ਹੀ ਉਲਝਿਆ ਰਹਿੰਦਾ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ, ਉਹ ਜਿੰਨਾ ਪੂਜਾ ਪਾਠ ਮਰਜ਼ੀ ਕਰ ਲਵੇ ਉਹਦਾ ਉਹਨੂੰ ਕੋਈ ਲਾਭ ਨਹੀਂ ਹੁੰਦਾ। ਇਸ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਸਾਰਾ ਦਿਨ ਪੂਜਾ ਪਾਠ ਕਰਦੇ ਰਹਿੰਦੇ ਨੇ ਪਰ ਮੱਥੇ ਤੋਂ ਤਿਉੜੀ ਨਹੀਂ ਜਾਂਦੀ, ਹਰ ਵੇਲੇ ਖਿਜੇ ਰਹਿੰਦੇ ਨੇ, ਇੱਕ ਹੱਥ ਵਿੱਚ ਗੁਟਕਾ ਤੇ ਅੱਖਾਂ ਵਿੱਚ ਗੁੱਸਾ, ਮੱਥੇ ਤੇ ਤਿਉੜੀਆਂ, ਹਰ ਵੇਲੇ ਖਿਜੀ ਜਾਣਾ। ਇਸ ਲਈ ਨਾ ਤਾਂ ਉਹ ਕਦੇ ਪੂਰੀ ਤਰ੍ਹਾਂ ਧਾਰਮਿਕ ਕਰਮ ਕਰ ਪਾਉਂਦੇ ਨੇ, ਨਾ ਉਹ ਕਦੇ ਦੂਸਰਾ ਕਰਮ ਕਰ ਪਾਉਂਦੇ, ਉਹ ਅੱਧੇ ਅਧੂਰੇ ਰਹਿੰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕਦੇ ਵੀ ਇਕਸਾਰਤਾ ਨਹੀਂ ਆਉਂਦੀ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮੱਥ ਹੈ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ। ਹਰ ਵੇਲੇ ਕੌੜਾ ਹੀ ਬੋਲਦਾ, ਬੋਲੇ ਕੌੜਾ ਜਿਹਵਾ ਕੀ ਫੂੜ, ਉਹਦੀ ਜ਼ੁਬਾਨ ਹਰ ਵੇਲੇ ਖਰਵਾ ਬਚਨ ਬੋਲਦੀ ਹੈ, ਕੋਰਾ। ਕਈ ਵਾਰੀ ਬੰਦੇ ਨੂੰ ਲੱਗਦਾ ਹੈ कि जी मैं तो सीधी मूँह ते गल कर दिना,
ਉਹ ਇਸ ਗੱਲ ਦਾ ਹੰਕਾਰ ਕਰਦਾ ਹੈ, ਪਰ ਉਸ ਨੂੰ ਪਤਾ ਨਹੀਂ ਹੈ ਕਿ ਇਹ ਉਹਦਾ ਗੁਣ ਨਹੀਂ ਹੈ, ਇਹ ਉਹਦਾ ਔਗਣ ਹੈ, ਕਿ ਉਹਦਾ ਗੁਣ ਨਹੀਂ ਹੈ ਇਹ, ਤੇ ਸਿੱਧੀ ਮੂੰਹ ਤੇ ਗੱਲ ਮਾਰਦਾ ਜੀ ਮੈਂ। ਇਹਦੇ ਵਿੱਚ ਉਹਦੀ ਆਪ ਦੀ ਹੀ ਇਨਸਲਟ ਹੈ। ਲੋਕ ਸਮਝਦੇ ਨੇ ਇਹਨੂੰ ਬੋਲਣ ਦੀ ਨਹੀਂ ਤਮੀਜ਼, ਇਹਨੂੰ ਬੋਲਣ ਦਾ ਹੀ ਨਹੀਂ ਪਤਾ ਕਿ ਕਿਹੜੀ ਗੱਲ ਕਿੱਥੇ ਬੋਲਣੀ ਹੈ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਬੋਲੇ ਕੌੜਾ ਜਿਹਵਾ ਕੀ ਫੂਡ। ਕੌੜਾ ਬੋਲਦਾ, ਕੌੜਾ ਬੋਲਦਾ ਤੇ ਇਸ ਗੱਲ ਦਾ ਹੰਕਾਰ ਕਰਦਾ ਕਿ ਮੈਂ ਤਾਂ ਜੀ ਸਿੱਧਾ ਮੂੰਹ ਤੇ ਕਹਿਣਾ। ਖਿਆਲ ਰੱਖਣਾ ਕਿ ਐਸੇ ਆਦਮੀ ਨੂੰ ਤੁਸੀਂ ਸੱਚੀ ਗੱਲ ਕਹਿ ਦਿਓ ਤਾਂ ਉਹਦੇ ਅੱਗ ਲੱਗ ਜਾਂਦੀ ਹੈ, ਉਹ ਸੜ ਬਲਦਾ ਹੈ। ਕਿਉਂਕਿ ਐਸਾ ਹੁੰਦਾ ਹੈ ਕਿ ਜਿਹੋ ਜਿਹਾ ਆਦਮੀ ਹੈ, ਜੇ ਉਹਨੂੰ ਉਹੋ ਜਿਹਾ ਹੀ ਸਾਹਮਣੇ ਮਿਲ ਜਾਏ ਤਾਂ ਉਹ ਬਹੁਤ ਦੁਖੀ ਹੁੰਦਾ ਹੈ। ਇਸ ਲਈ ਇਹੋ ਜਿਹੇ ਆਦਮੀ ਦੀ ਹਉਮੈ ਇਸ ਕਰਕੇ ਵੱਧਦੀ ਹੈ, ਉਹਨੂੰ ਇਸ ਕਰਕੇ ਚੰਗਾ ਲੱਗਦਾ ਕਿਉਂਕਿ ਸਾਹਮਣੇ ਵਾਲਾ ਉਹਨੂੰ ਕੋਈ ਜਵਾਬ ਨਹੀਂ ਦਿੰਦਾ, ਸਾਹਮਣੇ ਵਾਲਾ ਉਹਨੂੰ ਕੁਝ ਬੋਲਦਾ ਨਹੀਂ, ਅੱਗੋਂ ਉਹ ਸੁਣ ਲੈਂਦਾ ਚੁੱਪ ਕਰਕੇ, ਕੋਈ ਗੱਲ ਨਹੀਂ ਕਮਲਾ ਇਹਦੇ ਨਾਲ ਕੀ ਸਿਰ ਮਾਰਨਾ, ਉਹ ਚੁੱਪ ਕਰਕੇ ਸੁਣ ਲੈਂਦਾ। ਤੇ ਜੇ ਉਹ ਅੱਗੋਂ ਜਵਾਬ ਦੇਦਾ ਤਾਂ ਫਿਰ ਇਹਦੇ ਸੱਤੀ ਕੱਪਣੀ ਅੱਗ ਲੱਗ ਜਾਂਦੀ। ਸਤਿਗੁਰੂ ਕਹਿੰਦੇ ਬੋਲੇ ਕੌੜਾ ਜਿਹਵਾ ਕੀ ਫੂਡ, ਇਹਦੀ ਜ਼ੁਬਾਨ ਬੜੀ ਫੂਡ ਹੈ, ਬੜੀ ਖਰਵੀ ਹੈ, ਕੋਰਾ ਬੋਲਦੀ ਹੈ। ਖਿਆਲ ਰੱਖਣਾ, ਕੋਰਾ ਬੋਲਣ ਵਾਲਾ ਆਦਮੀ ਅੰਦਰੋਂ ਵੀ ਕੋਰਾ ਹੀ ਹੁੰਦਾ ਹੈ, ਕੋਰਾ, ਕਿ ਅੰਦਰੋਂ ਵੀ ਕੋਰਾ ਹੈ, ਉਹਦੇ ਅੰਦਰ ਵੀ ਮਿਠਾਸ ਕੋਈ ਨਹੀਂ ਹੈ। ਸਾਡੇ ਅੰਦਰ ਜੋ ਹੁੰਦਾ ਸਾਡੀ ਜ਼ੁਬਾਨ ਤੇ ਵੀ ਉਹੀ ਹੁੰਦਾ ਹੈ। ਜ਼ੁਬਾਨ ਤੋਂ ਅਸੀਂ ਮਿੱਠਾ ਮਿੱਠਾ ਬੋਲਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਪਰ ਬਹੁਤੀ ਦੇਰ ਨਹੀਂ ਚੱਲਦਾ ਹੈ, ਬਹੁਤੀ ਦੇਰ ਨਹੀਂ, ਕਿਉਂਕਿ ਇੱਕ ਵਾਰੀ ਦੋ ਵਾਰੀ ਮਿੱਠਾ ਬੋਲ ਲਓਗੇ ਪਰ ਅੰਦਰ ਦੀ ਕੜਤਣ ਬਾਹਰ ਆ ਹੀ ਜਾਂਦੀ ਹੈ, ਅੰਦਰ ਦੀ ਕੜਤਣ ਉਹ ਬਾਹਰ ਨਿਕਲ ਹੀ ਆਉਂਦੀ ਹੈ। ਤੁਸੀਂ ਸੁਣਿਆ ਹੋਵੇਗਾ ਕਿ ਇੱਕ ਸਾਧੂ ਆਪਣੇ ਆਪ ਨੂੰ ਉਹ ਸ਼ਾਂਤੀ ਪ੍ਰਸਾਦ ਕਹਿੰਦਾ ਹੈ ਕਿ ਮੇਰਾ ਨਾਮ ਸ਼ਾਂਤੀ ਪ੍ਰਸਾਦ ਹੈ। ਕਿਉਂ ਜੀ? ਮੈਨੂੰ ਗੁੱਸਾ ਨਹੀਂ ਆਉਂਦਾ, ਮੈਨੂੰ ਗੁੱਸਾ ਨਹੀਂ ਆਉਂਦਾ, ਕ੍ਰੋਧ ਨਹੀਂ ਆਉਂਦਾ। ਖਿਆਲ ਰੱਖਣਾ ਕਿ ਇਕੱਲੇ ਤੁਸੀਂ ਬੈਠੇ ਰਹੋ ਕਿਸੇ ਜਗ੍ਹਾ, ਕਿਸੇ ਜੰਗਲ ਵਿੱਚ, ਇਕੱਲੇ, ਤੁਹਾਡੇ ਆਲੇ ਦੁਆਲੇ ਕੋਈ ਨਹੀਂ ਹੈ, ਇਕੱਲੇ ਬੈਠੇ ਹੋ, ਇਕੱਲੇ ਨੂੰ ਕਿਸ ਗੱਲ ਦਾ ਗੁੱਸਾ ਆਵੇਗਾ? ਕਿਉਂਕਿ ਕੋਈ ਹੈ ਹੀ ਨਹੀਂ, ਕੋਈ ਕੰਪੀਟੀਟਰ ਹੀ ਨਹੀਂ ਹੈ ਸਾਹਮਣੇ। ਕਿਉਂਕਿ ਗੁੱਸਾ ਆਉਣ ਲਈ ਲੋਕ ਚਾਹੀਦੇ ਨੇ, ਆਲੇ ਦੁਆਲੇ ਕੁਝ ਹੋਣਾ ਚਾਹੀਦਾ ਜਿਹਦੇ ਕਰਕੇ ਗੁੱਸਾ ਆਵੇ। ਕੋਈ ਬੰਦਾ ਮੇਰੇ ਪੈਰ ਤੇ ਪੈਰ ਧਰੇ ਤਾਂ ਮੈਨੂੰ ਤਕਲੀਫ ਹੋਵੇ, ਜਦ ਕੋਈ ਮੇਰੇ ਆਲੇ ਦੁਆਲੇ ਕੋਈ ਹੈ ਹੀ ਨਹੀਂ, ਕੋਈ ਵੀ ਨਹੀਂ ਹੈ ਜਿਹੜਾ ਮੇਰੇ ਘਰ ਤੋਂ ਉੱਚਾ ਘਰ ਬਣਾ ਲਵੇ, ਮੇਰੇ ਦੁਆਲੇ ਕੋਈ ਹੈ ਹੀ ਨਹੀਂ ਨੇੜੇ, ਇਸ ਲਈ ਈਰਸ਼ਾ ਕਾਹਦੀ? ਐਸਾ ਅਕਸਰ ਉਹਨਾਂ ਲੋਕਾਂ ਨੂੰ ਹੰਕਾਰ ਹੋ ਜਾਂਦਾ ਹੈ ਜਿਹੜੇ ਲੋਕ ਜੰਗਲਾਂ ਵਿੱਚ ਰਹਿੰਦੇ ਨੇ, ਸੰਸਾਰ ਤੋਂ ਦੂਰ ਰਹਿੰਦੇ ਨੇ। ਉਹਨਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਅਸੀਂ ਤਾਂ ਮਾਇਆ ਤੋਂ ਮੁਕਤ ਹੋ ਗਏ। ਐਸਾ ਇੱਕ ਸ਼ਾਂਤੀ ਪ੍ਰਸਾਦ ਨਾਮ ਦਾ ਆਦਮੀ ਸੀ, ਉਹ ਘਰ-ਬਾਰ ਛੱਡ ਕੇ ਸਾਧੂਆਂ ਸੰਨਿਆਸੀਆਂ ਦੀ ਸੰਗਤ ਵਿੱਚ ਚਲਾ ਗਿਆ। 15-20 ਸਾਲ ਰਿਹਾ ਉਹਨਾਂ ਦੀ ਸੰਗਤ ਵਿੱਚ ਤੇ ਸ਼ਾਂਤ ਰਹਿੰਦਾ ਸੀ, ਚੁੱਪ ਰਹਿੰਦਾ ਸੀ। ਫਿਰ ਜੰਗਲ ਵਿੱਚ ਇਕੱਲਾ ਰਹਿਣ ਲੱਗ ਪਿਆ। ਲੋਕ ਉਹਨੂੰ ਸ਼ਾਂਤੀ ਪ੍ਰਸਾਦ ਕਹਿਣ ਲੱਗ ਪਏ, ਪਰ ਕਿਸੇ ਵਕਤ ਉਹ ਬੜਾ ਕ੍ਰੋਧੀ ਹੋਇਆ ਕਰਦਾ ਸੀ। ਲੋਕੀ ਸ਼ਾਂਤੀ ਪ੍ਰਸਾਦ ਕਹਿਣ ਲੱਗ ਪਏ ਤੇ ਲੋਕ ਉਹਨੂੰ ਪੂਜਦੇ ਨੇ, ਲੋਕ ਉਹਨੂੰ ਮੱਥੇ ਟੇਕਦੇ ਨੇ, ਜੰਗਲ ਵਿੱਚ ਹੀ ਰਹਿੰਦਾ। ਲੋਕਾਂ ਨੇ ਇੱਕ ਵਾਰੀ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਕਦੇ ਸਮਾਜ ਵਿੱਚ ਨਹੀਂ ਆਉਂਦੇ, ਸੰਸਾਰ ਵਿੱਚ ਨਹੀਂ ਆਉਂਦੇ, ਹੁਣ ਕੁੰਭ ਦਾ ਮੇਲਾ ਆਉਣ ਵਾਲਾ ਹੈ, ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਵਾਰੀ ਦਰਸ਼ਨ ਦਿਓ ਆ ਕੇ। ਸਾਰੇ ਲੋਕਾਂ ਨੂੰ ਤੁਹਾਡੇ ਵਰਗਾ ਮਹਾਨ ਪੁਰਸ਼ ਜਿਹਨੂੰ ਕਦੇ ਕ੍ਰੋਧ ਹੀ ਨਹੀਂ ਆਉਂਦਾ, ਐਸਾ ਆਦਮੀ ਤਾਂ ਮਿਲਣਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਤੇ ਲੋਕਾਂ ਨੂੰ ਆ ਕੇ ਦਰਸ਼ਨ ਦੇਣੇ ਚਾਹੀਦੇ ਨੇ, ਲੋਕ ਤੁਹਾਡੇ ਤੋਂ ਸੇਧ ਲੈਣ। ਉਹਨੂੰ ਵੀ ਲੱਗਿਆ ਕਿ ਹਾਂ ਗੱਲ ਤਾਂ ਇਹਨਾਂ ਦੀ ਠੀਕ ਹੈ, ਮੈਨੂੰ ਵੀ ਜਾਣਾ ਚਾਹੀਦਾ। ਉਹ ਚਲਾ ਗਿਆ, ਲੋਕਾਂ ਦੀ ਗੱਲ ਮੰਨ ਕੇ ਭੀੜ ਵਿੱਚ ਚਲਾ ਗਿਆ। ਕਈ ਸਾਲਾਂ ਬਾਅਦ ਭੀੜ ਵਿੱਚ ਆਇਆ। ਜਦੋਂ ਉਹ ਆਸਣ ਲਾ ਕੇ ਬੈਠਾ, ਲੋਕ ਉਹਦੇ ਸਾਹਮਣੇ ਮੱਥੇ ਟੇਕਦੇ ਨੇ। ਇੱਕ ਆਦਮੀ, ਉਸਨੇ ਇਸ ਸ਼ਾਂਤੀ ਰਾਮ ਨੂੰ ਪਛਾਣ ਲਿਆ, ਉਹਨੇ ਸ਼ਾਂਤੀ ਪ੍ਰਸਾਦ ਨੂੰ ਪਛਾਣ ਲਿਆ ਕਿਉਂਕਿ ਇਹ ਉਹਦੇ ਹੀ ਪਿੰਡ ਦਾ ਸੀ। ਉਹਨੇ ਨੇੜੇ ਆ ਕੇ ਪੁੱਛਿਆ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ? ਤਾਂ ਸ਼ਾਂਤੀ ਪ੍ਰਸਾਦ ਨੇ ਕਿਹਾ
कि लगदा बच्चे तू अखबारां नहीं पढ़दा, तू अखबार नहीं पढ़दा। मेरियां तां अक्सर फोटोआं लगदियां रहिंदियां अखबारां विच, मैनूं लोग शांति प्रसाद कहंदे ने। उन्हें कहा जी ठीक है, सत बचन। चला गया। 10-15 मिनट बाद फिर आया, फिर उन्हें पूछा, कहंदा जी मैं भुलक्कड़ आदमी, मैं भुल गया तुहाडा नाम की सी। इस बारी उहदी आवाज़ दा सुर थोड़ा जिहा बदलिया। उन्हें कहा मेरा नाम शांति प्रसाद है। 15-20 मिनट बाद वो फिर आया, उन्हें फिर आख्या कि मैं भुलक्कड़ बंदा, मैं इधर उधर गल्लां विच लग गया, मैनूं फिर भुल गया, तुहाडा नाम। इस बारी सुर थोड़ा होर बदलिया, क्या शांति प्रसाद। 15-20 मिनट बाद वो फिर वापस आया, उन्हें फिर पूछा तुहाडा नाम। हुण लोग भी बैठे ने, बंदा कई बारी कुछ बंदा जगह बोलना भी चाहे, गाल भी कढ़नी चाहे, देख लेंदा आले दुआले कोई बैठा है, सुनदा ते नहीं। उन्हें कहा एक बारी तेनों क्या समझ नहीं आउंदी, मेरा नाम शांति प्रसाद। अद्धा घंटा लंघ गया, पौना घंटा लंघ गया, वो फिर आया, वो कहंदा महाराज मैं भुल गया, फिर की नाम तुहाडा। इस बारी उहदियां अखां विच गुस्सा उतर आया, तो गुस्से विच आके कहंदा तैनूं एक बारी सुणदा नहीं, तैनूं किन्नी बारी तैनूं समझावां, मेरा नाम शांति प्रसाद है। उन्हें कहा बस हुण समझ आ गया कि तुहाडा नाम की है। शांति प्रसाद तो सिर्फ पखंड सी, असल विच तां आही सी जो अंदर छिपिया होया सी। इसलिए जो साडे अंदर छिपिया हुंदा है, असीं उहनूं मिठास दे नाल ढकण दी कोशिश करदे हां, थोड़ी देर यतन करदे हां, पर वो हौली हौली साडे अंदर दा क्रोध, अंदर दी वासना, अंदर दा कौड़ापन वो साडे बाहर आ ही जांदा है। सतगुरु कहंदे बोलै कौड़ा जिहवा की फूड़, सदा भुखी फिर जाने दूर। माया दे विच भुखा आदमी हमेशा परमात्मा नूं दूर जाणदा है। इनू माया की भुख लगी है, इनू होर कुछ सुझदा ही नहीं, इनू माया ही सुझदी है। इसलिए परमात्मा दूर दिसदा है, किते उन्होंने दूर समझदा कि रब तक किते दूर है, माया ही नेड़े सुझदी है। सतगुरु कहंदे ऐसी स्त्री एक राम उपाई। परमात्मा ने ऐसी स्त्री ये माया उपाई है, जिहदे हर वेले मत्थे ते त्यूड़ियां पईयां रहिंदियां, जिहड़ी दृष्ट क्रूर है, जो कौड़ा बोलदी है। माया दे अधीन ही बंदा कौड़ा बोलदा है, माया दे अधीन ही बंदा कोरा हो जाता है, माया दे अधीन ही बंदे दे मत्थे ते त्यूड़ियां पैंदियां, माया दे अधीन ही ये रब नूं दूर समझण लग जाता है। इसलिए सतगुरु कहंदे ऐसी स्त्री एक राम उपाई, उन सब जग खाया हम गुर राखे मेरे भाई। इस माया ने सारे जगत नूं खा लिया, सानू गुरु ने कृपा करके बचा लिया। रहाओ पाए ठगौली सब जग जोया। इस माया ने ठगौली पा के, ठगौली ठगण दी एक विधि, ठग बूटी भी इहनूं कहा जाता है। जिवें आपां कहंदे ना कि जी उस ठग ने पता नहीं की सुंघाया तो मैं बेसुध जिहा हो गया। माया ऐसा ही बंदे नूं ठग लैंदी है, ठग बूटी, कि बंदे नूं पता ही नहीं लगता, ये अपने हत्थीं आप ही लुटिया जाता है। माया सानू लुट लैंदी है, जिमें कोई बंदा लोभ विच लुटिया जाता है। लोभ बस जदों भी कोई बंदा लुटिया जाता है तो लोभ दे अधीन लुटिया जाता है। लालच, लालच दिता कि तुसीं आ चीज़ लओगे, इहदा आ फायदा होवेगा। लालच करके लोग लुटे जाते हैं रोज़। असीं लालच करके फसदे हां। सानू लगता है कि लालच चीज़ सस्ती मिल रही है, पर वो सस्ती हुंदी नहीं, वो सिर्फ दिखावा हुंदा है सस्ती होने का। तुसीं बहुत दफ़ा देखोगे बड़े बड़े स्टोरां ते मॉलां विच जाओगे तो अक्सर मिलेगा कि जी 70% ऑफ। कमाल है, 70% ऑफ। लोग समझते हैं बड़ा सस्ता है, पर वो सस्ता तो हुंदा ही नहीं। असीं लोभ करके असीं धड़ा धड़ जाते हैं तो असीं सारा कुछ खरीद लेंगे हैं। लोग उन्हां दे स्टोर खाली कर आउंदे ने समान खरीद खरीद के। लोग समझते हैं कि असीं फायदे विच रहे, जद कि बेचण वाला फायदे विच रहा, बेचण वाला। इसलिए सतगुरु समझाउंदे, सतगुरु कहंदे ये माया बंदे नूं इस तरह ही ठगदी है। पाए ठगौली सब जग जोया, सारे जगत नूं इसने जो लिया। ब्रह्मा विष्णु महादेव मोया।
ब्रह्मा विष्णु महादेव, उन्होंने भी इस माया ने मोह लिया, उन्होंने भी इस माया ने ठग लिया, वो भी ये तो बच नहीं सके। गुरमुख नाम लगे से सोहया, जेड़े गुरु दे चरनां नाल जुड़दे ने, जेड़े परमेश्वर दे चरनां नाल जुड़दे, वो इस माया तो बच जाते हैं। सतगुरु कहते जिन्हों ने वाहिगुरु नाल सांझ पाई, जिन्हों ने परमेश्वर के नाम नाल सांझ पाई, वो बच गए। नाम लगे से सोहया, वाहिगुरु के नाम नाल जुड़न वाले बंदे बच गए। वर्त नेम कर थाके पुना चरना, लोग थक गए पूजा पाठ कर करके, वर्त रख रख के। वर्त नेम कर थाके पुना चरना, पुना चरण वो कर्म हुंदे ने जिहड़े किसे पछतावे वजों कीते जाण। जिवें किसी बंदे ने कोई भुल कीती तो भुल करके उस भुल दी माफ़ी लई जिहड़ा कर्म कीता जांदा है उहनूं पुनाचरण कहंदे ने। पुनाचरण सतगुरु कहंदे लोकां ने बड़े बड़े पुनाचरण कीते ने कि मैं आह काम नहीं करना, मेरे तो पाप हो गया, उहदे बदले विच मैं आह कर रहा, मैं दान कर रहा, मैं पुण्य कर रहा। सतगुरु कहंदे लोग थक गए ये सारे कर्म कर करके, पर माया नहीं छुट्टी। वर्त नेम कर थाके पुना चरना, तट तीरथ भवे सब धरना। तीर्थां ते सरोवरां ते वख वख थावां ते सतगुरु कहंदे धरती दे बहुत सारे हिस्सियां च भरम के थक गए। तट तीर्थ भवे सब धरना, से उभरे जे सतगुरु की चरना। ओही बचे जेड़े सतगुरु दी शरण पे। माया तो कोई बच नहीं सकिया, चाहे जिथे मर्जी चलिया जाए, जिथे मर्जी चलिया जाए, माया तो कोई नहीं बच पाता। माया तो बचदे डरदे लोग दौड़े, पर माया ने फिर पकड़ लिया। इसलिए माया नू देख के अखां बंद कर लोगे, पर मन दे विच जिहड़ी माया है उहदे तो किवें भज्जोगे? वो तो मन विच ही है, उसनू मन विचों कढ़िया नहीं ते जेब विचों माया कढ़ के बाहर सुट दित्ती। इस तरह माया नहीं छड्डी जाती। इसलिए सतगुरु समझाउंदे बचिया वो जिहड़ा गुरु दी शरण पिया, जिहड़ा गुरु चरनां नाल जुड़िया। माया मोह सबो जग बांधा, माया दे मोह विच सारा जगत वज्जा पिया, सारा जगत वज्जा है माया दे मोह विच। माया मोह सबो जग बांधा, हौमै पचै मनमुख मूह राखा। सतगुरु कहंदे मूर्ख बंदा हौमै दे विच ही पचदा है, हौमै दे विच ही ये मर खप जांदा है। साडी हौमै सानू लै डुबदी, साडा हंकार यही सानू लै डुबदा है, यही नहीं सानू पार लंघण दिंदा। इसलिए जदों भी कोई आदमी खज्जल हुंदा है, खुआर हुंदा है, ठोकर खांदा है, तां अपनी मैं करके करदा है, अपने हंकार करके। इसलिए इस हंकार तो हौमै तो बचना, यही सानू धोखा दिंदी साडी मैं। जदों मैं नू जानन दा सौखा सिंपल तरीका यही है कि जदों तक ये एहसास हुंदा रहे ना कि मैं कुछ हाँ, बस समझना कि हंकार है मन विच, हौमै है कि मैं कुछ हाँ। जदों भी चंगे लगन का एहसास हो जाए कि मैं चंगा हो गया, मैं भला हो गया, मैं तो जी बहुत चंगा, जदों तक भी मन विच ये विचार उठदा है उदों तक हौमै मौजूद है, उदों तक हौमै मौजूद है। इसलिए अपने आप को हमेशा यही जानना कि मैं कुछ नहीं। भगत गुरमुख वो हमेशा यही समझते हैं मैं कुछ नहीं हाँ, मैं कुछ नहीं हाँ। ज्ञानी हमेशा यही कहता कि मैनू कुछ नहीं पता, अज्ञानी दावा करता है कि मैनू बहुत कुछ पता है। बस आही अंतर है दोनों दे विच, हौमै विच ते निमरता वाले विच। हौमै वाला समझदा मैं सब जानदा है, ते जिहदे अंदर निमरता है उहनूं सब पता भी है, वो फिर भी जानदा है कि मैनू कुछ नहीं पता। सतगुरु कहंदे हौमै विच लोग पच जांदे ने, मर जांदे ने। हौमै पचै मनमुख मूह राखा, गुर नानक बांह पकड़ हम राखा। सतगुरु कहंदे गुरु ने बांह पकड़ के मैनू रख लिया, मैनू माया विच डुबदे नू, मैनू भवसागर विच डुबदे नू गुरु ने बांह फड़ के रख लिया। गुरु कृपा करदा है, गुरु हथ दे के बचा लैंदा है, उही बचाउंदा है। इसलिए गुरु की शरण विच असीं तां ही तां आउंदे आ, इसे करके तां जुड़दे आ कि माया ऐसी प्रबल है, साडे तो नहीं निकलिया जांदा इहदे विचों, साडे हथ खड़े ने।
कबीर साहब का बचन है ना कि मैं ऊपर भुजा कर गुर पै पुकारिया, मैं बाहां खड़ियां करके गुरु के चरणों में पुकारिया कि मेरा नहीं जोर चलता, तू आप ही कृपा करके मैनू बचा लै। तो गुरु ने कृपा करके उन्हें मेरा हथ फड़ के मैनू बचा लिया। बांह पकड़ ठाकुर हों की दी, उन्हें बांह पकड़ के खिंच लिया मैनू, उन्हें मैनू डुब्बण ना दिता। इसलिए जदों असीं अपने आप को असमर्थ जानते हैं कि मेरी समर्था नहीं है कि मैं पार लंघ जावां, तां गुरु साडा सहाई हुंदा है, तां वो साडे ते दया करदा है। सतगुरु रहमत करे आपां सब गुरु की शरण विच इस तरह अपने आप को बेबस जान के कि कुछ भी नहीं कर सकते, असीं सब उहदे बस है, साडे बस कुछ नहीं, फिर उहदी रहमत उहदी बख्शिश साडे ते होवेगी। होईयां भुल्लां लई खिमा। अज दा इह जिहड़ा दिहाड़ा है, अज दे दिन संत बाबा जरनैल सिंह जी पिंडरां वाले ਅਤੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸਿੱਖ ਇਸ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਜੂਝਦਿਆਂ, ਉਹਨਾਂ ਦੀਆਂ ਫੌਜਾਂ ਦੇ ਨਾਲ ਜੂਝਦਿਆਂ ਅੱਜ ਦੇ ਦਿਨ ਉਹ ਸ਼ਹਾਦਤ ਦਾ ਜਾਮ ਪੀ ਗਏ। ਅਕਾਲ ਤਖਤ ਸਾਹਿਬ ਦੇ ਉੱਪਰ ਸਰਕਾਰ ਵੱਲੋਂ ਜੋ ਹਮਲਾ ਕਰਵਾਇਆ ਗਿਆ, ਉਸ ਹਮਲੇ ਦੇ ਜਵਾਬ ਵਜੋਂ ਸਿੱਖਾਂ ਨੇ ਜੋ ਆਪਣੇ ਤਰਫੋਂ ਸਿੱਖ ਗੁਰੂ ਕੇ ਸਿੱਖ ਕਰ ਸਕਦੇ ਸਨ ਉਹਨਾਂ ਨੇ ਕਰਿਆ, ਤੇ ਉਹਦਾ ਨਤੀਜਾ ਇਹ ਹੋਇਆ ਕਿ ਅਕਾਲ ਤਖਤ ਸਾਹਿਬ ਢਹਿ ਢੇਰੀ कर दिता गया सरकार वालों। ख्याल रखना कि इहदा जिहड़ा मुੱਢ है ना, इहदा पिछोकड़ 47 तो पहलां तो आरंभ होंदा है। 47 तो पहलां 1947 तो ही इहदी आरंभता हो जाती है कि सिखां दे उत्ते जो अत्याचार जो जुल्म हुंदे ने वो उदों ही आरंभ हो जाते। फिर जदों सिखां ने मंग की ना कि अमृतसर साहब नूं पवित्र शहर का दर्जा दे दिता जाए, तो अमृतसर साहब विच रहण वाले बहुत सारे हिंदुआं ने इस गल का विरोध किया कि अमृतसर साहब नूं पवित्र शहर का दर्जा क्यों दईए। तुसीं सियाणे बैठे हो, तुहानूं इस गल का ज़्यादा पता होना कि उन्होंने नारे लाए कि बीड़ी सिगरेट पिएंगे शान से जिएंगे। अमृतसर साहब दे विच कि असीं तां बीड़ियां सिगरेटां पीवांगे, अमृतसर दे विच शान नाल रवांगे, तुहाडी सिखां दी हिम्मत है तां रोक के विखाओ। ये गल उस वेले दा MLA कहंदा सी, हिंदू सी वो कहंदा कि असीं पीवांगे बीड़ी सिगरेट, तुहाडे इस अमृतसर नूं पवित्र शहर दा दर्जा नहीं दिता जाना। पवित्र शहर दा मतलब हुंदा है कि वो शहर जिस शहर विच बीड़ी नहीं बिकदी, सिगरेट नहीं बिकदी, तंबाकू नहीं बिकदा, शराब नहीं बिकदी, उस शहर को पवित्र शहर कहते हैं। हिंदुओं के बहुत सारे ऐसे तीर्थ स्थान ने, शहर ने जिन्होंने पवित्र शहर का दर्जा मिले, उत्थे कोई शराब बेच नहीं सकता, उत्थे कोई बीड़ी सिगरेट नहीं बेच सकता। यही मंग इहो जिहियां कुछ मंगां सिखां ने कीतियां सी ते उन्हां दा नतीजा सानूं ये मिलिया। अकाल तख्त साहब ते हमला होया ते उस हमले विच अकाल तख्त साहब ढह ढेरी कर दिता गया और बहुत सारे बेदोशे सिखां नूं कतल कर दिता गया, क्योंकि अज दे दिन उस दिन गुरु अर्जुन देव महाराज का शहीदी दिहाड़ा सी ते शहीदी दिहाड़े विच वड्डी गिणती विच सिखां ने शामिल होना सी। इस करके सरकार ने यही दिन चुनिया कि इक्को वक्त सिखां दा कतलेआम चंगी तरह किया जा सकेगा। इसलिए बहुत सारे उन्हां लोकां नूं मार दिता गया जिहड़े सिर्फ दरबार साहब मत्था टेकण ही गए हुए सन, जिहड़े सिर्फ दर्शन दीदार करन गए हुए सन, उन्हां नूं भी कतल कर दिता गया। इस तरह संत बाबा जरनैल सिंह अते उन्हां दे साथी भाई अमरीक सिंह जी, जनरल सुबेग सिंह जी, वो मुगल हुकूमत वर्गी सरकार हिंदुस्तान की सरकार दे नाल जूझदियां शहादत का जाम पी गए। सरदार जनरल सुबेग सिंह, ये जनरल सुबेग सिंह वो शख्सियत है जिहड़ा पहलों भारती सरकार के हक विच लड़िया। उन्होंने कई जंगां लड़ियां, पर जदों उन्होंने सरकार का रवैया देखा तो फिर वो इस सरकार के खिलाफ लड़े जनरल सुबेग सिंह। खैर इन्हां दे संबंध विच आपां शाम नूं जाणांगे। होईयां भुल्लां लई खिमा। उन्हां सारे सिखां दी शहादत नूं प्रणाम है जिन्हां ने दरबार साहब अते अमृतसर साहब की पवित्रता की खातर अपनियां कुर्बानियां दित्तियां। होईयां भुल्लां लई खिमा। सतगुरु जी अते आप सरबत संगत बख्शण जोग भुल्लां ना चितारदे होए आखो जी वाहिगुरू जी का खालसा वाहिगुरू जी की फतेह।